ਅੱਜ ਅਸੀਂ ਪਿਛਲੀ ਵੀਡੀਓ ਵਿੱਚ ਕਾਰ ਵਿਹਾਰ ਦੇ ਪੱਤਰ ਲਿਖਣ ਲਈ ਦਰਸਾਏ ਗਏ ਜ਼ਰੂਰੀ ਨੁਕਤਿਆਂ ਦੇ ਅਨੁਸਾਰ ਪੱਤਰ ਲਿਖਣ ਦਾ ਅਭਿਆਸ ਕਰਾਂਗੇ। ਪੱਤਰ ਲਿਖਣ ਤੋਂ ਪਹਿਲਾਂ ਅਸੀਂ ਪੱਤਰ ਦੀ ਅੰਕ ਵੰਡ ਬਾਰੇ ਗੱਲ ਕਰਦੇ ਹਾਂ। ਪੱਤਰ ਕੁੱਲ 5 ਅੰਕਾਂ ਦਾ ਹੈ। ਇਸ ਦੇ ਵਿੱਚ ਪਤਾ, ਪੱਤਰ ਲਿਖਣ ਵਾਲੇ ਦਾ ਪਤਾ ਤੇ ਜਿਸ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਇਹ 1 ਨੰਬਰ ਦਾ ਹੋਵੇਗਾ। ਉਸ ਦੇ ਨਾਲ ਹੀ जिस विषय बारे जो पत्र लिखना है वो कुल जोड़ा 3 अंकों का है। तो हेठां पत्र का जोड़ा आखिरी हिस्सा है आप जी का विश्वास पत्र के नाम यह 1 नंबर का। इस तरह यह कुल 5 अंकों का जोड़ा पत्र है तुहानूं पेपर दे विच आवेगा। तो हुण असीं तुहाडी पाठ पुस्तक दे विचों एक पत्र लैके उसनूं जोड़ा लिखण का अभ्यास करते हाँ। अपने कोल जो पत्र है वो है, ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ, ਆਪਣੀ ਯੋਗਤਾ ਅਤੇ ਸਮਰੱਥਾ ਦੱਸਦੇ ਹੋਏ ਕਿਸੇ ਨਜ਼ਦੀਕੀ ਬੈਂਕ ਤੋਂ ਸਵੈ ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਵਾਸਤੇ ਸ਼ਾਖਾ ਪ੍ਰਬੰਧਕ ਨੂੰ ਪੱਤਰ ਲਿਖੋ। ਇਹਦੇ ਵਿੱਚ ਆਪਾਂ ਨੂੰ ਕੀ ਦੱਸਿਆ ਕਿ ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ, ਆਪਣੀ ਯੋਗਤਾ ਅਤੇ ਸਮਰੱਥਾ ਦੱਸਦੇ ਹੋਏ ਕਿਸੇ ਨਜ਼ਦੀਕੀ ਬੈਂਕ ਤੋਂ ਜੋ ਤੁਹਾਡੇ ਨੇੜੇ ਬੈਂਕ ਹੈ ਉਹਦੇ ਤੋਂ ਤੁਸੀਂ ਆਪਣਾ ਸਵੈ ਰੁਜ਼ਗਾਰ ਚਲਾਉਣ ਲਈ ਜਿਹੜਾ ਕਰਜ਼ਾ ਲੈਣਾ ਅਤੇ ਸ਼ਾਖਾ ਪ੍ਰਬੰਧਕ ਨੂੰ ਜਿਹੜਾ ਆਪਾਂ ਪੱਤਰ ਉਹ ਲਿਖਣਾ। ਇੱਥੇ ਜਿਹੜੀ ਆਪਾਂ ਆਮ ਕਹਿੰਦੇ ਆ ਕਿ ਬ੍ਰਾਂਚ, ਠੀਕ ਹੈ, ਅੱਜ ਕੱਲ੍ਹ ਬ੍ਰਾਂਚ ਹੈ ਜਿਹੜਾ ਅੰਗਰੇਜ਼ੀ ਦਾ ਸ਼ਬਦ ਹੈ ਅਤੇ ਪੰਜਾਬੀ ਦੇ ਵਿੱਚ ਉਹਨੂੰ ਸ਼ਾਖਾ ਕਿਹਾ ਜਾਂਦਾ। ਜਿਵੇਂ ਆਪਾਂ ਉਦਾਹਰਨ ਵਜੋਂ ਗੱਲ ਕਰੀਏ ਕਿ ਜਿਹੜੀ ਸਟੇਟ ਬੈਂਕ ਆਫ ਇੰਡੀਆ, ਠੀਕ ਹੈ, ਇਹ ਪੂਰੇ ਭਾਰਤ ਦੇ ਵਿੱਚ ਇਹਦੀਆਂ ਬਹੁਤ ਸਾਰੀਆਂ ਜਿਹੜੀਆਂ ਸ਼ਾਖਾਵਾਂ ਨੇ, ਬਹੁਤ ਸਾਰੀਆਂ ਇਹਦੀਆਂ ਬ੍ਰਾਂਚਿਸ ਨੇ। ਤਾਂ ਆਪਾਂ ਹਰ ਬੈਂਕ ਦੇ ਵਿੱਚ ਜਿਹੜਾ ਉਹਦਾ ਇੱਕ ਪ੍ਰਬੰਧਕ ਹੁੰਦਾ ਜਿਹਨੂੰ ਆਪਾਂ ਇੱਥੇ ਨਾਲ ਲਿਖਿਆ ਸ਼ਾਖਾ ਪ੍ਰਬੰਧਕ। ਆਮ ਤੌਰ 'ਤੇ ਅੱਜ ਕੱਲ੍ਹ ਆਪਾਂ ਮੈਨੇਜਰ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਜਿਵੇਂ ਤੁਹਾਨੂੰ ਨੁਕਤੇ ਸਮਝਾਉਂਦੇ ਹੋਏ ਦੱਸਿਆ ਸੀ ਕਿ ਜਿਹੜਾ ਆਪਾਂ ਜਿਹਨੂੰ ਪੱਤਰ ਲਿਖਣਾ ਉਹਦੇ ਅਹੁਦਾ, ਠੀਕ ਹੈ, ਜਿਵੇਂ ਇੱਥੇ ਆਪਾਂ ਨੂੰ ਉਹਨਾਂ ਨੇ ਲਿਖਤਾ ਕਿ ਸ਼ਾਖਾ ਪ੍ਰਬੰਧਕ ਨੂੰ ਲਿਖਣਾ, ਠੀਕ ਹੈ, ਜਾਂ ਆਪਾਂ ਮੈਨੇਜਰ ਸਾਹਿਬ ਲਿਖ ਸਕਦੇ ਹਾਂ। ਇੱਥੇ ਆਪਾਂ ਨੂੰ ਦਿੱਤਾ ਹੋਇਆ ਸ਼ਾਖਾ ਪ੍ਰਬੰਧਕ ਤਾਂ ਆਪਾਂ ਸ਼ਾਖਾ ਪ੍ਰਬੰਧਕ ਲਿਖਾਂਗੇ। ਅਤੇ ਬੈਂਕ ਨਜ਼ਦੀਕੀ ਬੈਂਕ ਹੈ, ਬੈਂਕ ਦਾ ਕੋਈ ਨਾਂ ਨਹੀਂ ਲਿਖਿਆ ਇਸ ਲਈ ਆਪਾਂ ਕਿਸੇ ਵੀ ਬੈਂਕ ਦਾ ਜਿਹੜਾ ਨਾਮ ਲਿਖਾਂਗੇ ਅਤੇ ਉਹ ਬੈਂਕ ਕਿੱਥੇ ਹੈ ਇਹ ਵੀ ਨਹੀਂ ਆਪਾਂ ਨੂੰ ਦੱਸਿਆ ਤਾਂ ਆਪਾਂ ਕਿਸੇ ਵੀ ਜਿਹੜੇ ਪਿੰਡ ਸ਼ਹਿਰ ਦਾ ਨਾਮ ਆ ਉਹ ਲਿਖ ਸਕਦੇ ਹਾਂ। ਹੁਣ ਸਭ ਤੋਂ ਪਹਿਲਾ ਨੁਕਤਾ ਕੀ ਦੱਸਿਆ ਗਿਆ ਸੀ ਤੁਹਾਨੂੰ ਕਿ ਆਪਾਂ ਪਹਿਲਾ ਨੁਕਤਾ ਇਹ ਸਾਂਝਾ ਕੀਤਾ ਹੈ ਕਿ ਸਭ ਤੋਂ ਪਹਿਲਾਂ ਪੱਤਰ ਲਿਖਣ ਵਾਲੇ ਦਾ ਜਿਹੜਾ ਪਤਾ ਉਹ ਲਿਖਣਾ ਹੁੰਦਾ ਹੈ ਪੇਜ ਦੇ ਜਿਹੜਾ ਸੱਜੇ ਹੱਥ। ਹੁਣ ਇੱਥੇ ਲਿਖਿਆ ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ। ਇਸ ਪੱਤਰ ਦੇ ਇਹ ਪੂਰੇ ਸਿਰਲੇਖ ਨੂੰ ਪੜ੍ਹ ਕੇ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਨੂੰ ਕੋਈ ਵੀ ਜਿਹੜਾ ਆਪਣਾ ਜਿਹੜਾ ਪਤਾ ਉਹ ਨਹੀਂ ਦੱਸਿਆ ਹੋਇਆ, ਇਸ ਲਈ ਆਪਾਂ ਜਿਹੜੇ ਆਪਣੇ ਅਨੁਸਾਰ ਕੋਈ ਵੀ ਜਿਹੜਾ ਪਤਾ ਉਹ ਲਿਖ ਸਕਦੇ ਹਾਂ। ਅਤੇ ਹੁਣ ਆਪਾਂ ਇੱਥੇ ਕੀ ਲਿਖਾਂਗੇ, ਜਿਵੇਂ ਇੱਧਰ ਲਿਖਣਾ ਆਪਾਂ ਪਿੰਡ ਤੇ ਡਾਕ, ਪਿੰਡ ਤੇ ਡਾਕ। ਹੁਣ ਇੱਥੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਆਪਣੇ ਪਿੰਡ ਦਾ ਜਿਹੜਾ ਨਾਮ ਉਹ ਲਿਖ ਲਓਗੇ। ਜ਼ਿਲ੍ਹਾ, ਇਸੇ ਤਰ੍ਹਾਂ ਜੋ ਤੁਹਾਡਾ ਜ਼ਿਲ੍ਹਾ ਹੈ ਤੁਸੀਂ ਉਹ ਲਿਖੋ। ਉਸ ਤੋਂ ਅੱਗੇ ਆਪਾਂ ਲਿਖਾਂਗੇ ਹਵਾਲਾ ਨੰਬਰ। ਇਹ ਵੈਸੇ ਇਸ ਪੱਤਰ ਦੇ ਵਿੱਚ ਕੋਈ ਜ਼ਰੂਰੀ ਵੀ ਨਹੀਂ ਹੈ ਹਵਾਲਾ ਨੰਬਰ ਲਿਖਣਾ, ਕਿਉਂਕਿ ਜਿੱਥੇ ਤਾਂ ਆਪਾਂ ਵਪਾਰ ਕਰਦੇ ਹਾਂ ਉੱਥੇ ਤਾਂ ਆਪਾਂ ਨੂੰ ਰਿਕਾਰਡ ਰੱਖਣ ਦੀ ਜ਼ਰੂਰਤ ਹੁੰਦੀ ਹੈ, ਠੀਕ ਹੈ। ਇੱਥੇ ਤਾਂ ਆਪਾਂ ਆਪਣੇ ਵੱਲੋਂ ਹੀ ਪਰਸਨਲ ਨਿੱਜੀ ਜਿਹੜਾ ਆਪਾਂ ਲਿਖ ਰਹੇ ਹਾਂ ਅਤੇ ਇੱਥੇ ਆਪਾਂ ਨੂੰ ਕੋਈ ਜਿਹੜੇ ਹਵਾਲਾ ਨੰਬਰ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈ। ਲਿਖਣਾ ਤਾਂ ਤੁਸੀਂ ਲਿਖ ਵੀ ਸਕਦੇ ਹੋ। ਅਤੇ ਉਸ ਤੋਂ ਅੱਗੇ ਜਿਹੜੀ ਮਿਤੀ, ਜੋ ਅੱਜ ਦੀ ਮਿਤੀ ਹੈ ਉਹ ਇੱਥੇ ਆਪਾਂ ਪਾਵਾਂਗੇ। ਅਤੇ ਦੂਜਾ ਨੁਕਤਾ ਕੀ ਸੀ ਕਿ ਹੁਣ ਜਿਸ ਨੂੰ ਪੱਤਰ ਲਿਖਣਾ ਉਹਦਾ ਜਿਹੜਾ ਪਤਾ ਆਪਾਂ ਲਿਖਣਾ ਅਤੇ ਆਪਾਂ ਨੂੰ ਦੱਸਿਆ ਹੋਇਆ ਕਿ ਕਿਹਨੂੰ ਆਪਾਂ ਪੱਤਰ ਲਿਖਣਾ, ਸ਼ਾਖਾ ਪ੍ਰਬੰਧਕ ਨੂੰ। ਆਪਾਂ ਪਹਿਲੀ ਕੀ ਗੱਲ ਕੀਤੀ ਸੀ ਕਿ ਅਹੁਦਾ ਇਹਨਾਂ ਨੇ ਆਪਾਂ ਨੂੰ ਦੱਸਤਾ ਕਿ ਸ਼ਾਖਾ ਪ੍ਰਬੰਧਕ, ਠੀਕ ਹੈ। ਜੇ ਆਮ ਤੌਰ 'ਤੇ ਆਪਾਂ ਮੈਨੇਜਰ ਕਹਿ ਦਿੰਦੇ ਹਾਂ। ਕਿਹਨੂੰ ਕਿੱਥੇ ਹੁੰਦਾ ਇਹ ਸ਼ਾਖਾ ਪ੍ਰਬੰਧਕ, ਨਜ਼ਦੀਕੀ ਬੈਂਕ। ਹੁਣ ਇੱਥੇ ਆਪਾਂ ਬੈਂਕ ਦਾ ਨਾਮ ਲਿਖਾਂਗੇ, ਜਿਵੇਂ ਆਪਾਂ ਲਿਖ ਲਓ ਸਟੇਟ ਬੈਂਕ ਆਫ ਇੰਡੀਆ। ਕੋਈ ਵੀ ਬੈਂਕ ਲਿਖ ਸਕਦੇ ਹੋ ਤੁਸੀਂ ਜੋ ਤੁਹਾਨੂੰ ਦਿਲ ਕਰਦਾ ਹੈ, ਕਿਉਂਕਿ ਇੱਥੇ ਆਪਾਂ ਨੂੰ ਦੱਸਿਆ ਨਹੀਂ ਹੋਇਆ। ਉਸ ਤੋਂ ਬਾਅਦ ਜਿਹੜਾ ਕਿੱਥੋਂ ਦੀ ਬੈਂਕ ਹੈ ਉਹਨਾਂ ਨੇ ਲਿਖਿਆ ਨਜ਼ਦੀਕੀ ਬੈਂਕ। ਇਹ ਨਾ ਹੋਵੇ ਕਿ ਤੁਸੀਂ ਬੈਠੇ ਲੁਧਿਆਣੇ ਹੋ, ਠੀਕ ਹੈ, ਇੱਥੇ ਤੁਸੀਂ ਆਪਦਾ ਜ਼ਿਲ੍ਹਾ ਜਿਹੜਾ ਲੁਧਿਆਣਾ ਲਿਖ ਰਹੇ ਹੋ ਅਤੇ ਇੱਥੇ ਤੁਸੀਂ ਪਟਿਆਲਾ ਪਾ ਦਿਓ। ਮਤਲਬ ਨਜ਼ਦੀਕੀ ਬੈਂਕ ਦਾ ਤਾਂ ਹੀ ਆਪਾਂ ਨੂੰ ਜਿਹੜਾ ਪਤਾ ਲੱਗੇਗਾ ਕਿ ਇੱਥੇ ਵੀ ਆਪਾਂ ਉਹੀ ਜ਼ਿਲ੍ਹਾ ਲਿਖਣਾ ਅਤੇ ਇੱਥੇ ਵੀ ਆਪਾਂ ਨੇੜੇ ਦਾ ਹੀ ਜ਼ਿਲ੍ਹਾ ਜਿਹੜਾ ਲਿਖਣਾ ਹੈ। ਮੰਨ ਲਓ ਆਪਾਂ ਇੱਥੇ ਬਠਿੰਡਾ ਲਿਖ ਦਿੰਦੇ ਹਾਂ, ਭਾਵ ਆਪਾਂ ਵੀ ਇੱਥੇ ਬਠਿੰਡਾ ਦੇ ਰਹਿਣ ਵਾਲੇ ਹਾਂ ਅਤੇ ਆਪਣਾ ਜਿਹੜਾ ਨੇੜੇ ਬੈਂਕ ਹੈ ਉਹ ਵੀ ਬਠਿੰਡਾ ਦਾ। ਉਸ ਤੋਂ ਅੱਗੇ ਫਿਰ ਆਪਾਂ ਕੀ ਲਿਖਣਾ ਹੁੰਦਾ, ਵਿਸ਼ਾ। ਕੀ ਲਿਖਣਾ ਹੁੰਦਾ ਬੱਚੋ, ਵਿਸ਼ਾ।
ਹੁਣ ਇਹਦੇ ਵਿੱਚ ਵਿਸ਼ਾ ਵੀ किस नाल संबंधित जिहड़ा आपां पत्तर है लिखना, तो इत्थे की है काहदे लई आपां पत्तर लिखना, स्वै रुजगार चलाउण लई, करजा लैण वास्ते आपां जिहड़ा पत्तर है वो लिखना। तो यही साडा जिहड़ा विशा वो तुहानूं तुहाडे सिरलेख दे विचों ही लभ जावेगा। इहदे विच हुण की विशा हो गया अपना, स्वै रुजगार चलाउण लई करजा लैन बारे, ये साडा जिहड़ा विशा हो गया। उस तो अगे आपां की लिखना है, श्रीमान जी जां श्रीमती जी, कुछ भी तुसीं जिहड़ा लिख सकदे हो, श्रीमान जी कौमा। हुण अगे तुहानूं आपां दस्सिया सी कि इस तो अगे लिखना उपरोक्त विषय दे संबंध विच, उपरोक्त भाव जिहड़ा ये उपर जिहड़ा आपां विशा दिता होया, संबंध विच बेनती कीती जांदी है कि। इस तो बाद आपां पत्तर नूं देख के कि जिवें तुसीं पढ़े लिखे नौजवान हो तां आपां इत्थे अपनी योग्यता दस्सांगे कि मैं जिहड़ा किन्ना पढ़िया होया। इस तो बाद आपां जिहड़े जरूरी नुकते तुसीं उहनूं अपने आप जिहड़े वाकां दे विच बना के लिखना कि आपां अपनी पढ़ाई कीता कोर्स दसना है। ठीक है, जिवें मैं BA पास पढ़िया लिखिया जिहड़ा बेरोजगार नौजवान आ। उस तो अगे की है स्वै रुजगार लई, तो आपां दसांगे कि मैं जिहड़ा स्वै रुजगार, जिवें आपां डेयरी फार्मिंग दे किते दे विच जिहड़ा स्वै रुजगार वो हासिल करना चाहुंदा हां। किहड़ा स्वै रुजगार, डेयरी, कोई भी स्वै रुजगार तुसीं कर सकदे हो क्योंकि इत्थे तुहानूं उन्हां ने दस्सिया नहीं हैगा। ठीक है, डेयरी फार्मिंग तुसीं मच्छी पालन दा भी कर सकदे हो, कोई भी डेयरी फार्मिंग दे किते दे विच जिहड़ा स्वै रुजगार वो करना चाहुंदा हां। उस तो बाद इन्हां ने की लिखिया, अपनी योग्यता ते समर्था दसदे होए। हुण योग्यता की है कि अपनी डेयरी फार्मिंग दे नाल संबंधित अपने कोल की योग्यता है, भाव कोई कोर्स कीता होया। ठीक है, कोर्स अपना जिहड़ा वो डेयरी फार्मिंग नाल संबंधित कोर्स होवे, डेयरी फार्मिंग नाल संबंधित कोई कोर्स वो आपां कीता होया। ते आपां इत्थे लिख देंगे, पहला आपां की दसांगे कि मैं पढ़िया लिखिया जिहड़ा बेरोजगार है। दूसरा दसांगे आपां अपनी योग्यता कि मैं जिहड़ा डेयरी फार्मिंग नाल संबंधित जिहड़ा कोई भी कोर्स है जिहड़ा वो कीता है। ये जिहड़े पशु पालन नाल संबंधित कोर्स है ये आम तौर ते जिहड़े जिवें खेतीबाड़ी यूनीवर्सिटी जिहड़ी लुधियाना है। ठीक है, खेतीबाड़ी यूनीवर्सिटी लुधियाना इन्हां वल्लों करवाए जांदे है, जां जिहड़े वख-वख जिल੍ਹਿਆਂ ਦੇ ਵਿੱਚ ਜਿਹੜੇ कृषि विज्ञान केंद्र है। ठीक है, कृषि विज्ञान केंद्र जो वख-वख ਜ਼ਿਲ੍ਹਿਆਂ ਦੇ ਵਿੱਚ ਸਥਾਪਿਤ ਨੇ ਉਹਨਾਂ ਵੱਲੋਂ ਕਰਵਾਏ ਜਾਂਦੇ ਆ। ਤਾਂ ਇੱਥੇ ਆਪਾਂ ਕੀ ਲਿਖਣਾ ਕਿ ਮੈਂ ਜਿੱਦਾਂ ਆਪਾਂ ਲਿਖ ਸਕਦੇ ਹਾਂ ਕਿ BA ਕਰਨ ਤੋਂ ਉਪਰੰਤ, ਠੀਕ ਹੈ, ਵੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਕ੍ਰਿਸ਼ੀ ਕੇਂਦਰ ਵਿਗਿਆਨ ਜਿਹੜਾ ਬਠਿੰਡਾ ਉੱਥੋਂ ਪਸ਼ੂ ਪਾਲਣ ਕਿੱਤੇ ਬਾਰੇ ਜਿਹੜੀ ਸਿਖਲਾਈ ਹਾਸਲ ਕੀਤੀ ਹੋਈ ਹੈ। ਇਹ ਆਪਾਂ ਯੋਗਤਾ ਦੱਸਦੀ। ਉਸ ਤੋਂ ਬਾਅਦ ਆਪਾਂ ਦੱਸਣੀ ਹੈ ਸਮਰੱਥਾ ਕਿ ਇਹ ਜਿਹੜਾ ਸਵੈ ਰੁਜ਼ਗਾਰ ਚਲਾਉਣ ਦੇ ਲਈ ਮੇਰੇ ਕੋਲ ਕਿਹੜੇ-ਕਿਹੜੇ ਸਾਧਨ ਨੇ। ਹੁਣ ਜੇ ਆਪਾਂ ਗੱਲ ਕਰੀਏ ਪਸ਼ੂ ਪਾਲਣ ਲਈ, ਠੀਕ ਹੈ, ਡੇਅਰੀ ਫਾਰਮਿੰਗ ਦਾ ਆਪਾਂ ਜਿਹੜਾ ਇਹ ਸਵੈ ਰੁਜ਼ਗਾਰ ਚਲਾਉਣਾ ਤਾਂ ਡੇਅਰੀ ਫਾਰਮਿੰਗ ਦੇ ਲਈ ਯਾਨੀ ਕਿ ਜਿਹੜੇ ਆਪਾਂ ਨੂੰ ਕੀ ਕੁਛ ਆਪਣੇ ਕੋਲ ਹੋਣਾ ਚਾਹੀਦਾ। ਡੇਅਰੀ ਫਾਰਮਿੰਗ ਦੇ ਵਿੱਚ ਦੇਖੋ ਆਪਾਂ ਪਸ਼ੂ ਰੱਖਣੇ ਆ। ਸਾਰਿਆਂ ਤੋਂ ਪਹਿਲੀ ਗੱਲ ਤਾਂ ਹੈਗੀ ਹੈ ਕਿ ਪਸ਼ੂ ਰੱਖਣ ਦੇ ਲਈ ਆਪਣੇ ਕੋਲ ਜਿਹੜਾ ਸ਼ੈੱਡ ਹੋਣੀ ਚਾਹੀਦੀ ਹੈ। ਠੀਕ ਹੈ, ਸ਼ੈੱਡ ਜਿੱਥੇ ਆਪਾਂ ਪਸ਼ੂਆਂ ਨੂੰ ਰੱਖ ਸਕੀਏ, ਮਤਲਬ ਖੁੱਲ੍ਹੀ ਜਿਹੜੀ ਜਗ੍ਹਾ ਹੋਵੇ। ਤਾਂ ਆਪਾਂ ਲਿਖ ਸਕਦੇ ਵੀ ਸਾਡਾ ਘਰ ਹੈ ਜਿਹੜਾ ਉਹ ਖੇਤਾਂ ਦੇ ਵਿੱਚ ਬਣਿਆ ਹੋਇਆ ਹੈ ਅਤੇ ਇੱਥੇ ਲੋੜ ਅਨੁਸਾਰ ਪਸ਼ੂਆਂ ਲਈ ਸ਼ੈੱਡ ਬਣਾਏ ਜਾ ਸਕਦੇ ਹਨ। ਅਤੇ ਦੂਸਰਾ ਜਿਹੜਾ ਪਸ਼ੂਆਂ ਦੇ ਲਈ ਜਿਹੜਾ ਹਰਾ ਚਾਰਾ ਹੋਣਾ ਜ਼ਰੂਰੀ ਹੈ। ਅਤੇ ਹਰਾ ਚਾਰਾ ਪਸ਼ੂਆਂ ਨੂੰ ਕੀ ਚਾਹੀਦਾ ਆਪਾਂ ਨੂੰ? ਹਰਾ ਚਾਰਾ। ਤਾਂ ਆਪਾਂ ਦੱਸ ਸਕਦੇ ਹਾਂ ਵੀ ਮੇਰੇ ਕੋਲ ਜ਼ਮੀਨ ਹੈ, ਥੋੜ੍ਹੀ ਜ਼ਮੀਨ ਲਿਖ ਦਿਓ, ਜਿਵੇਂ 10 ਏਕੜ
ਜ਼ਮੀਨ ਹੈ। ਠੀਕ ਹੈ, ਪਹਿਲਾ ਪੁਆਇੰਟ ਹੋ ਗਿਆ ਕਿ ਮੇਰਾ ਘਰ ਖੇਤਾਂ 'ਚ ਬਣਿਆ ਹੋਇਆ ਹੈ ਅਤੇ ਲੋੜ ਅਨੁਸਾਰ ਜਿਹੜੇ ਸ਼ੈੱਡ ਬਣਾਏ ਜਾ ਸਕਦੇ ਆ। ਦੂਜਾ, ਪਸ਼ੂਆਂ ਲਈ ਹਰਾ ਚਾਰਾ ਜਿਹੜੀ ਬੀਜਣ ਦੇ ਲਈ ਮੇਰੇ ਕੋਲ ਲਗਭਗ 10 ਏਕੜ ਜਿਹੜੀ ਜ਼ਮੀਨ ਹੈ। ਠੀਕ ਹੈ, ਅਤੇ ਉਸ ਤੋਂ ਬਾਅਦ ਆਪਾਂ ਦੱਸ ਸਕਦੇ ਹਾਂ ਕਿ ਜਿਵੇਂ ਆਪਾਂ ਪਸ਼ੂਆਂ ਲਈ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਤੂੜੀ ਦੀ ਵੀ ਜ਼ਰੂਰਤ ਹੁੰਦੀ ਹੈ। ਠੀਕ ਹੈ, ਅਤੇ ਆਪਾਂ ਇਹਦੇ ਵਿੱਚ ਆਪਾਂ ਲਿਖਾਂਗੇ ਵੀ ਕਿ ਤੂੜੀ ਦਾ ਭੰਡਾਰਨ ਕਰਨ ਲਈ, ਇਹ ਤੁਸੀਂ ਇਹਨਾਂ ਨੂੰ ਵਾਕਾਂ ਦੇ ਵਿੱਚ ਜਿਹੜਾ ਬਣਾ ਕੇ ਲਿਖਣਾ, ਤੂੜੀ ਦਾ ਭੰਡਾਰਨ ਕਰਨ ਲਈ ਵੱਡੇ ਕਮਰੇ ਹਨ। ਠੀਕ ਹੈ, ਵੱਡੇ ਕਮਰੇ। ਇਹ ਕੀ ਹੋ ਗਿਆ, ਇਹ ਆਪਾਂ ਸਮਰੱਥਾ ਦੱਸ ਰਹੇ ਹਾਂ ਕਿ ਸ਼ੈੱਡ ਬਣਾ ਸਕਦਾ ਹੈ, ਜ਼ਮੀਨ ਆ ਉੱਥੇ ਹਰਾ ਚਾਰਾ ਬੀਜਿਆ ਜਾ ਸਕਦਾ ਹੈ, ਅਤੇ ਤੂੜੀ ਦਾ ਭੰਡਾਰਨ ਕਰਨ ਲਈ ਵੱਡੇ ਕਮਰੇ ਹਨ। ਅਤੇ ਇਹਦੇ ਨਾਲ ਹੀ ਬੈਂਕ ਤੋਂ ਆਪਾਂ ਕਰਜ਼ਾ ਲੈਣਾ ਤਾਂ ਆਪਾਂ ਨੂੰ ਦੱਸਣਾ ਵੀ ਪਏਗਾ ਕਿ ਥੋੜ੍ਹੀ ਬਹੁਤੀ ਜਿਹੜੀ ਪੂੰਜੀ ਉਹ ਮੇਰੇ ਕੋਲ ਆਪਣੇ ਕੋਲ ਵੀ ਹੈ, ਜਿਹੜੀ ਮੈਂ ਇਸ ਕਿੱਤੇ ਦੇ ਵਿੱਚ ਲਾ ਸਕਦਾ। ਜਿਵੇਂ ਆਪਾਂ 1 ਲੱਖ ਜਾਂ 2 ਲੱਖ, ਜਿਹੜਾ 1 ਲੱਖ ਜਾਂ ਜਿੰਨੀ ਵੀ ਰਕਮ ਤੁਹਾਡਾ ਮਨ ਕਰਦਾ ਵੀ ਜਿੰਨੇ ਕੁ ਆਪਾਂ ਨੂੰ ਲੱਗਦੀ ਹੈ ਵੀ ਇਸ ਸਵੈ ਰੁਜ਼ਗਾਰ ਦੇ ਵਿੱਚ ਮੰਨ ਲਓ 5 ਲੱਖ ਰੁਪਇਆ ਲੱਗਣਾ, ਤਾਂ ਆਪਾਂ ਉਹਦੇ ਅਨੁਸਾਰ ਜਿਹੜਾ ਰਕਮ ਲਿਖ ਸਕਦੇ ਹਾਂ ਕਿ 1 ਲੱਖ ਰੁਪਏ ਜਿਵੇਂ ਬੱਚਤ ਖਾਤੇ ਵਿੱਚ ਜਮ੍ਹਾਂ ਹਨ। ਠੀਕ ਹੈ, ਕਿ ਉਹ ਮੈਂ ਇਸ ਸਵੈ ਰੁਜ਼ਗਾਰ ਦੇ ਵਿੱਚ ਲਗਾ ਸਕਦਾ। ਇਹ ਲਿਖ ਕੇ ਪਹਿਲਾਂ ਆਪਾਂ ਆਪਣੀ ਯੋਗਤਾ ਦੱਸਦੀ। ਠੀਕ ਹੈ, ਇਹ ਸਾਡੀ ਯੋਗਤਾ ਕਿ ਮੈਂ ਕਿੱਥੋਂ ਪੜ੍ਹਿਆ ਅਤੇ ਮੇਰੀ ਕੀ ਸਮਰੱਥਾ, ਕਿ ਮੇਰੇ ਕੋਲ ਕੀ ਇਸ ਸਵੈ ਰੁਜ਼ਗਾਰ ਨੂੰ ਚਲਾਉਣ ਦੇ ਲਈ ਸਾਧਨ। ਹੁਣ ਆਪਾਂ ਬੈਂਕ ਤੋਂ ਕਰਜ਼ਾ ਲੈਣਾ। ਬੈਂਕ ਉਸ ਵਿਅਕਤੀ ਨੂੰ ਹੀ ਕਰਜ਼ਾ ਦੇਵੇਗੀ ਜਿੱਥੋਂ ਉਹਨੂੰ ਆਪਣੇ ਪੈਸੇ ਮੁੜਨ ਦੇ ਜਿਹੜੇ ਆਸ ਹੋਵੇ। ਤਾਂ ਇਸ ਲਈ ਆਪਾਂ ਨੂੰ ਬੈਂਕ ਵਾਲਿਆਂ ਨੂੰ ਯਕੀਨ ਦਿਵਾਉਣਾ ਪਵੇਗਾ ਕਿ ਜਿਹੜਾ ਮੈਂ ਇਹ ਕਿੱਤਾ ਸ਼ੁਰੂ ਕਰਾਂਗਾ, ਸਵੈ ਰੁਜ਼ਗਾਰ ਸ਼ੁਰੂ ਕਰਾਂਗਾ, ਉਹਦੇ ਵਿੱਚੋਂ ਮੈਨੂੰ ਆਮਦਨ ਜਿਹੜੀ ਉਹ ਹੋਵੇਗੀ। ਅਤੇ ਇਹਦੇ ਲਈ ਆਪਾਂ ਕੀ ਲਿਖ ਸਕਦੇ ਹਾਂ ਕਿ ਮੇਰੇ ਆਲੇ ਦੁਆਲੇ ਜਿਹੜੀ ਕੋਈ ਵੀ ਜਿਹੜਾ ਵੱਡੀ ਜਿਹੜੀ ਡੇਅਰੀ ਪ੍ਰੋਸੈਸਿੰਗ ਯੂਨਿਟ ਨਹੀਂ, ਵੀ ਆਲੇ ਦੁਆਲੇ ਹੋਰ ਕੋਈ ਡੇਅਰੀ ਨਹੀਂ ਹੈਗੀ। ਇਸ ਲਈ ਜਿਹੜਾ ਮੇਰਾ ਜਿਹੜਾ ਇਹ ਕਿੱਤਾ ਪੂਰਾ ਸਫਲਤਾਪੂਰਵਕ ਚੱਲੇਗਾ, ਕਿਉਂਕਿ ਜੇ ਆਪਣਾ ਕਿੱਤਾ ਚੱਲੂਗਾ ਤਾਂ ਆਪਾਂ ਨੂੰ ਆਮਦਨ ਆਊਗੀ, ਅਤੇ ਆਪਣੀ ਆਮਦਨ ਨੂੰ ਵੇਖ ਕੇ ਹੀ ਜਿਹੜਾ ਬੈਂਕ ਵਾਲੇ ਜਿਹੜੇ ਆਪਾਂ ਨੂੰ ਕਰਜ਼ਾ ਦੇਣਗੇ ਕਿ ਇਹਨਾਂ ਦਾ ਜਿਹੜਾ ਇਹ ਕਾਰੋਬਾਰ ਚੱਲ ਸਕੇਗਾ, ਅਤੇ ਇਹ ਵਿਅਕਤੀ ਸਾਨੂੰ ਆਪਣਾ ਜਿਹੜਾ ਕਰਜ਼ਾ ਉਹ ਵਾਪਸ ਮੋੜ ਸਕਣ ਦੇ ਯੋਗ ਹੋ ਜਾਵੇਗਾ। ਇਹ ਆਪਾਂ ਆਪਣੇ ਉੱਤੇ ਆਪਾਂ ਨੂੰ ਪੱਤਰ ਦੇ ਵਿੱਚ ਲਿਖਿਆ ਹੋਇਆ ਸੀ ਕਿ ਆਪਣੀ ਯੋਗਤਾ ਅਤੇ ਸਮਰੱਥਾ ਦੱਸਦੇ ਹੋਏ ਤੁਸੀਂ ਕਰਜ਼ਾ ਲੈਣ ਲਈ ਜਿਹੜਾ ਪੱਤਰ ਆ ਉਹ ਲਿਖਣਾ। ਹੁਣ ਆਪਾਂ ਆਪਣੀ ਯੋਗਤਾ ਅਤੇ ਸਮਰੱਥਾ ਤਾਂ ਦੱਸਦੀ। ਹੁਣ ਦੇਖੋ ਬੈਂਕ ਵਾਲੇ ਦਾ ਕੋਈ ਪ੍ਰਕਿਰਿਆ ਹੋਏਗੀ, ਠੀਕ ਹੈ, ਕਰਜ਼ਾ ਲੈਣ ਦੀ, ਤਾਂ ਉਹ ਵੀ ਤਾਂ ਆਪਾਂ ਪੁੱਛਣੀ ਹੈ ਨਾ। ਜਿਵੇਂ ਆਪਾਂ ਸਕੂਲ ਦੇ ਵਿੱਚ ਦਾਖਲਾ ਕਰਾਉਣ ਜਾਂਦੇ ਹਾਂ ਤਾਂ ਉੱਥੇ ਵੀ ਆਪਾਂ ਨੂੰ ਕੁਝ ਕਾਗਜ਼ ਪੱਤਰ ਦੇਣੇ ਪੈਂਦੇ ਆ, ਕੋਈ ਪ੍ਰਕਿਰਿਆ ਹੁੰਦੀ ਹੈ, ਉਹਦੇ ਵਿੱਚੋਂ ਲੰਘ ਕੇ ਆਪਾਂ ਦਾਖਲਾ ਕਰਾਉਣੇ ਆ। ਇਸੇ ਤਰ੍ਹਾਂ ਬੈਂਕ ਵਿੱਚੋਂ ਕਰਜ਼ਾ ਲੈਣ ਸੰਬੰਧੀ ਵੀ ਜਿਹੜਾ ਇੱਕ ਸਾਨੂੰ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਤਾਂ ਹੁਣ ਇੱਥੇ ਆਪਾਂ ਬੈਂਕ ਵਾਲਿਆਂ ਨੂੰ ਪੁੱਛਣਾ ਹੈ ਕਿ ਕਿਰਪਾ ਕਰਕੇ ਸਾਨੂੰ, ਇਹ ਤਾਂ ਪਹਿਲਾਂ ਆਪਾਂ ਆਪਣੀ ਯੋਗਤਾ ਸਮਰੱਥਾ ਦੱਸਿਆ, ਹੁਣ ਬੈਂਕ ਤੋਂ ਕੀ ਪੁੱਛਣਾ, ਕਿਰਪਾ ਕਰਕੇ ਦੱਸਿਆ ਜਾਵੇ ਕਿ ਵੀ ਇਹ ਜਿਹੜਾ ਮੇਰਾ ਡੇਅਰੀ ਫਾਰਮਿੰਗ ਦੇ ਖੇਤਰ 'ਚ ਸਵੈ ਰੁਜ਼ਗਾਰ ਚਲਾਉਣ ਲਈ ਮੈਨੂੰ ਕਿੰਨਾ ਕਰਜ਼ਾ ਮਿਲ ਸਕਦਾ, ਕਿੰਨਾ ਕਰਜ਼ਾ ਮਿਲ ਸਕਦਾ ਹੈ। ਠੀਕ ਹੈ, ਅਤੇ ਇਹਦੇ ਲਈ ਮੈਨੂੰ ਕਿਸ ਪ੍ਰਕਿਰਿਆ ਵਿੱਚੋਂ ਕੋਈ ਕਾਗਜ਼ੀ ਕਾਰਵਾਈ ਤਾਂ ਕਰਨੀ ਪਊਗੀ ਨਾ, ਗੁਜ਼ਰਨਾ ਪਵੇਗਾ। ਠੀਕ ਹੈ, ਕਿਹੜੇ ਜਿਹੜੇ ਦਸਤਾਵੇਜ਼ ਹੈ ਉਹ ਦੇਣੇ ਪੈਣਗੇ। ਦਸਤਾਵੇਜ਼ ਭਾਵ ਕਿਹੜੇ ਮੈਨੂੰ ਕਾਗਜ਼ ਪੱਤਰ ਆ ਉਹ ਦੇਣੇ ਪੈਣਗੇ, ਦਸਤਾਵੇਜ਼ ਦੇਣੇ ਪੈਣਗੇ। ਅਤੇ ਇੱਕ ਜਦੋਂ ਆਪਾਂ ਕੋਈ ਰਕਮ ਕਰਜ਼ੇ 'ਤੇ ਲੈਂਦੇ ਹਾਂ ਅਤੇ ਆਪਾਂ ਨੂੰ ਪਤਾ ਵੀ ਉਹ 'ਤੇ ਵਿਆਜ ਜ਼ਰੂਰ ਲੱਗਦਾ। ਠੀਕ ਹੈ, ਤਾਂ ਫਿਰ ਆਪਾਂ ਇਹ ਵੀ ਪੁੱਛਾਂਗੇ ਕਿ ਮੈਨੂੰ ਕਿੰਨਾ ਵਿਆਜ ਲੱਗੇਗਾ, ਕਿੰਨਾ ਵਿਆਜ ਲੱਗੇਗਾ। ਠੀਕ ਹੈ, ਅਤੇ ਫਿਰ ਹੁਣ ਆਪਾਂ ਮੋੜਨਾ ਵੀ ਤਾਂ ਹੈ ਨਾ ਪੈਸਾ, ਉਹ ਵੀ ਪੁੱਛਾਂਗੇ ਕਿ ਜਿਹੜਾ ਮੈਂ ਇਹ ਕਰਜ਼ਾ ਲਊਂਗਾ ਇਹ ਕਿੰਨੇ ਸਮੇਂ ਵਿੱਚ ਵਾਪਸ ਕਰਨਾ ਹੋਵੇਗਾ। ਠੀਕ ਹੈ, ਪਹਿਲਾਂ ਆਪਾਂ ਆਪਣੀ
ਯੋਗਤਾ, ਜੋ ਪੱਤਰ ਦੇ ਸਿਰਲੇਖ ਦੇ ਅਨੁਸਾਰ ਆਪਾਂ ਆਪਣੀ ਯੋਗਤਾ ਦੱਸੀ, ਫਿਰ ਆਪਾਂ ਸਮਰੱਥਾ ਦੱਸੀ। ਤੇ ਉਸ ਤੋਂ ਬਾਅਦ ਆਪਾਂ ਜਿਹੜਾ ਬੈਂਕ ਵਾਲਿਆਂ ਨੂੰ ਪੁੱਛਣਾ ਹੈ ਕਿ ਕਿੰਨਾ ਕਰਜ਼ਾ ਮਿਲ ਸਕਦਾ ਹੈ, ਕੀ ਪ੍ਰਕਿਰਿਆ 'ਚੋਂ ਗੁਜ਼ਰਨਾ ਪਵੇਗਾ, ਕਿਹੜੇ ਕਾਗਜ਼ ਪੱਤਰ ਮੈਨੂੰ ਦੇਣੇ ਪੈਣਗੇ, ਕਿੰਨਾ ਸਾਨੂੰ ਵਿਆਜ ਲੱਗਣਾ ਹੈ, ਅਤੇ ਇਹ ਜਿਹੜਾ ਸਾਰਾ ਕਰਜ਼ਾ ਉਹ ਕਿੰਨੇ ਸਮੇਂ ਵਿੱਚ ਵਾਪਸ ਕਰਨਾ ਹੋਵੇਗਾ। ਅਤੇ ਜੇ ਕਈ ਵਾਰ ਜਿਵੇਂ ਕੋਈ ਰੁਜ਼ਗਾਰ, ਸਵੈ ਰੁਜ਼ਗਾਰ ਕਰਨ ਦੇ ਲਈ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ, ਅਤੇ ਜੇ ਕੋਈ ਸਬਸਿਡੀ ਜਿਹੜੀ ਬੈਂਕ ਵੱਲੋਂ ਦਿੱਤੀ ਜਾਂਦੀ ਹੈ ਤਾਂ ਉਹਦੇ ਬਾਰੇ ਵੀ ਮੈਨੂੰ ਦੱਸਿਆ ਜਾਵੇ। ਇਸ ਤੋਂ ਬਾਅਦ ਆਪਾਂ ਲਿਖਣਾ, ਜਿੱਥੇ ਆਪਣਾ ਜਿਹੜਾ ਇਹ ਪੱਤਰ ਦਾ ਪੂਰਾ ਵਿਸ਼ਾ ਜਿਹੜਾ ਆਪਣੀ ਖਤਮ ਹੋਵੇਗਾ, ਉਸ ਤੋਂ ਹੇਠ ਲਾਈਨ ਦੇ ਵਿੱਚ ਆਪਾਂ ਕੀ ਲਿਖਣਾ, ਧੰਨਵਾਦ ਸਹਿਤ। ਠੀਕ ਹੈ, ਧੰਨਵਾਦ ਸਹਿਤ। ਉਸ ਤੋਂ ਅੱਗੇ ਸੱਜੇ ਹੱਥ ਆਪ ਜੀ ਦਾ ਵਿਸ਼ਵਾਸ ਪਾਤਰ ਇੱਥੇ ਤੁਸੀਂ ਆਪਣਾ ਨਾਮ ਲਿਖ ਦੇਣਾ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਜਿਸ ਪੱਤਰ ਦਾ ਅਭਿਆਸ ਕੀਤਾ ਹੈ, ਇਸ ਵਿੱਚ ਪੱਤਰ ਲਿਖਣ ਵਾਲੇ ਦਾ ਜਿਹੜਾ ਪਤਾ ਉਹ ਨਹੀਂ ਦੱਸਿਆ ਗਿਆ ਸੀ। ਇਸ ਵਿੱਚ ਅਸੀਂ ਆਪਣੇ ਵੱਲੋਂ ਹੀ ਜਿਹੜਾ ਆਪਣਾ ਪਤਾ ਲਿਖਿਆ ਹੈ। ਅਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਪਾਠ ਪੁਸਤਕ ਦੇ ਵਿੱਚੋਂ ਇੱਕ ਅਜਿਹੇ ਕਾਰ ਵਿਹਾਰ ਦੇ ਪੱਤਰ ਦਾ ਅਭਿਆਸ ਕਰਾਂਗੇ ਜਿਸ ਵਿੱਚ ਪੱਤਰ ਲਿਖਣ ਵਾਲੇ ਦਾ ਜਿਹੜਾ ਪਤਾ ਉਹ ਦੱਸਿਆ ਹੋਵੇਗਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।